ਜੀ ਉੱਥੇ ਕਿਸੇ ਨੇ ਜੀ ਕਰੋੜਾਂ ਇਕੱਠੇ ਕਰ ਲਏ ਭਾਜੀ, ਸਭ ਸਟਾਪ ਇਟ, ਨੌਨਸੈਂਸ ਗੱਲਾਂ ਨੇ। ਪਹਿਲਾਂ ਅਸੀਂ ਕਾਨੂੰਨ ਬਣਾਤੇ ਠੋਪਤੇ, ਹੁਣ ਅਸੀਂ ਵਾਪਸ ਕਰਤੇ ਤੇ ਹੁਣ ਇੱਥੇ ਇਕੱਠ ਹੋਣ, ਇਹ ਚੀਜ਼ਾਂ ਜਿਹੜੀਆਂ ਨੇ ਹਜੇ ਪੋਸੀਬਲ ਨਹੀਂ ਹੈਗੀਆਂ। ਜਿਹੜੀਆਂ ਪਾਰਟੀਆਂ ਨੂੰ ਤੁਸੀਂ ਪਿਛਲੇ 30 ਸਾਲ ਦੇ ਮੰਨ ਰਹੇ ਹੋ ਅਹੁਦੇ, ਉਹਨਾਂ ਪਾਰਟੀਆਂ ਨੂੰ 1 ਮਿੰਟ 'ਚ ਪਤਾ ਲੱਗਦਾ ਜੀ ਉਹ ਬੀਜੇਪੀ 'ਚ। ਤੁਸੀਂ ਇੱਕ ਪਾਸੇ ਕਾਨੂੰਨ ਵਾਪਸ ਕਰਦੇ ਹੋ ਤੇ ਇੱਕ ਪਾਸੇ ਡੀਏਪੀ ਕਿੰਨੇ ਦੇਣਾ ਸੀ। ਉਹ ਜਦੋਂ ਤੁਸੀਂ ਬਹਿੰਦਿਆਂ ਸਾਰ ਤੁਸੀਂ ਯਾਰ ਸਿਆਸਤ ਕਰਨ ਆ ਜਾਂਦੇ ਹੋ ਤੁਸੀਂ ਪੰਜਾਬ 'ਚ, ਤਾਂ ਤੁਸੀਂ ਉੱਥੇ ਬੋਲਣ ਲੱਗ ਪੈਂਦੇ ਹੋ ਹਿੰਦੀ। ਆਪਣੀ ਜ਼ਮੀਰਾਂ ਨੂੰ ਜਗਾਓ। ਕੋਈ ਰეკਮੈਂਡੇਸ਼ਨ ਨਹੀਂ ਸਰ, ਕੋਈ ਕੰਸਰਨ ਨਹੀਂ। ਤੁਹਾਡੇ ਬੱਚਿਆਂ ਦਾ ਮਾਮਲਾ ਭਾਜੀ, ਇਟਸ ਦੀ ਲੌਂਗ ਪੈਸੇਜ ਆਫ ਟਾਈਮ ਆਫ 17 ਇਅਰਸ, ਇਟ ਮੋਰ ਦੈਨ ਸਪੈਂਟ 18 ਇਅਰਸ ਨਿਕਲ ਗਏ ਨੇ। ਹਜੇ ਤੱਕ ਸਾਡੀਆਂ ਸਵਾਮੀਨਾਥਨ ਦੀਆਂ ਜਿਹੜੀਆਂ ਫਾਈਂਡਿੰਗਸ ਨੇ ਉਹੀ ਇੰਪਲੀਮੈਂਟ ਨਹੀਂ ਕੀਤੀਆਂ। ਇੱਕ ਹੁਣ ਅੱਜ ਕੱਲ੍ਹ ਨਾ ਇੱਕ ਹੋਰ ਟ੍ਰੈਂਡ ਫੋਲੋ ਕਰ ਲਿਆ, ਮੈਂ ਜੀ 1000 ਦੇਣਾ, 1000 ਉਹ ਦੇਣਾ ਲੀਡਰ, ਉਹ ਕਹਿੰਦਾ ਮੈਂ 2 ਦੇਣਾ, ਉਹ ਕਹਿੰਦਾ ਮੈਂ 3 ਦੇਣਾ। ਸਰ ਵਾਟ ਇਜ਼ ਦਿਸ, ਸਟਾਪ ਇਟ ਯਾਰ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਦਿਨ ਸੀਗਾ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵਿੱਚ ਆਣ ਕੇ ਵੱਡੇ ਐਲਾਨ ਕਰਨੇ ਸੀ। ਇਹ ਦੱਸਿਆ ਜਾ ਰਿਹਾ ਸੀ ਕਿ ਬਹੁਤ ਸਾਰੇ ਵੱਡੇ ਚਿਹਰੇ ਵੀ ਜਿਹੜੇ ਨੇ ਅੱਜ ਭਾਜਪਾ ਦਾ ਰੁਖ ਕਰ ਸਕਦੇ ਨੇ, ਪਰ ਸਾਰੇ ਕੰਮ ਤੇ ਸਿੱਧੇ ਤੌਰ ਤੇ ਕਿਸਾਨ ਆਗੂਆਂ ਦੇ ਵੱਲੋਂ ਜਿਹੜਾ ਇੱਕ ਸੁਨੇਹਾ ਦਿੱਤਾ ਗਿਆ ਸੀ ਕੁਝ ਧਿਰਾਂ ਦੇ ਵੱਲੋਂ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਾਂਗੇ, ਕਿਉਂਕਿ ਉਹਨਾਂ ਦੇ ਕਰਕੇ ਹੀ ਕਿਸਾਨਾਂ ਨੂੰ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਗਈਆਂ, ਜਿਨ੍ਹਾਂ ਦੇ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਸ਼ਬਦ ਤੱਕ ਨਹੀਂ ਬੋਲਿਆ ਕਿ ਮਾੜਾ ਹੋਇਆ ਕਿ ਇਹ ਜਾਨਾਂ ਨਹੀਂ ਜਾਣੀਆਂ ਚਾਹੀਦੀਆਂ ਸੀ। ਉਸ ਸੰਘਰਸ਼ ਦੇ ਵਿੱਚ ਬਹੁਤ ਸਾਰੇ ਵਕੀਲਾਂ ਨੇ ਵੀ ਸਾਥ ਦਿੱਤਾ। ਸਾਡੇ ਨਾਲ ਘੁੰਮਰ ਬ੍ਰਦਰ ਤੇ ਉਹਨਾਂ ਦੀ ਟੀਮ ਜਿਹੜੀ ਮੌਜੂਦ ਹੈਗੀ ਆ, ਇਹਨਾਂ ਦੇ ਨਾਲ ਗੱਲਬਾਤ ਕਰਕੇ ਆ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਇਹ ਤਾਜ਼ਾ ਹਾਲਾਤ ਬਣੇ ਨੇ, ਤਾਜ਼ਾ ਸਮੀਕਰਨ ਬਣੇ ਨੇ, ਉਸ ਚੀਜ਼ ਨੂੰ ਕਿਵੇਂ ਦੇਖਦੇ ਨੇ। ਬਾਈ ਜੀ, ਸਭ ਤੋਂ ਪਹਿਲਾਂ ਜੇ ਸਮਝਣ ਦੀ ਕੋਸ਼ਿਸ਼ ਕਰੀਏ, ਬਹੁਤ ਵੱਡਾ ਦਿਨ ਮੰਨਿਆ ਜਾ ਰਿਹਾ ਸੀ, ਦੇਸ਼ ਦੇ ਪ੍ਰਧਾਨ ਮੰਤਰੀ ਆਉਣਗੇ, ਆਰਥਿਕ ਪੈਕੇਜ ਦਾ ਐਲਾਨ, ਬਹੁਤ ਸਾਰੀਆਂ ਚੀਜ਼ਾਂ, ਚੰਡੀਗੜ੍ਹ ਦੇਣਾ ਪੰਜਾਬ ਨੂੰ, ਬਹੁਤ ਸਾਰੀਆਂ ਚੀਜ਼ਾਂ ਫਿਜ਼ਾਵਾਂ ਦੇ ਵਿੱਚ ਚੱਲ ਰਹੀਆਂ ਸੀਗੀਆਂ। ਤੇ ਉਸ ਤੋਂ ਬਾਅਦ ਇੱਕ ਖਬਰ ਆਉਂਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬੇਰੰਗ ਵਾਪਸ ਚਲੇ ਗਏ, ਹਾਲਾਤ ਵਿਗੜ ਗਏ। ਕਿਵੇਂ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ, ਕਿਉਂਕਿ ਬਹੁਤ ਸਮਝ ਲਓ ਵੀ ਸਾਡੀ ਵੱਡੀ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਇੱਥੇ ਸਾਡੇ ਸਟੇਟ ਆਫ ਪੰਜਾਬ ਦੇ ਵਿੱਚ ਆਈ ਸੀ, ਸੋ ਸਭ ਤੋਂ ਪਹਿਲਾਂ ਤਾਂ ਸਾਡਾ ਉਹਨਾਂ ਨੂੰ ਜੀ ਆਇਆਂ ਕਹਿਣਾ ਬਣਦਾ ਹੈ। ਸੈਕੰਡ, ਜਿਹੜਾ ਇਹਦੇ ਪਿੱਛੇ ਮੈਂ ਜਿਹੜੀ ਇੱਕ ਵੱਡੀ ਗੱਲ ਕਹਿਣੀ ਚਾਹੁੰਦਾ ਕਿ ਇਹਦੇ ਪਿੱਛੇ ਜੇਕਰ ਆਪਾਂ ਝਾਤ ਮਾਰੀਏ ਤਾਂ ਇਹਦੇ ਪਿੱਛੇ ਕੀ ਰੀਜ਼ਨਸ ਨੇ। ਦੇਅਰ ਆਰ ਸਰਟਨ ਰੀਜ਼ਨਸ। ਦੇਖੋ, ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜਿਹੜੇ 3 ਕਾਲੇ ਕਾਨੂੰਨ ਪਹਿਲਾਂ ਬਣਾਏ ਤੇ ਫਿਰ ਥੋਪੇ, ਔਰ ਉਸ ਤੋਂ ਬਾਅਦ ਲਗਭਗ 1.25 ਸਾਲ ਦਾ ਸਮਾਂ ਜਿਹੜਾ ਸੀ, ਮਤਲਬ ਅਦਰਵਾਈਜ਼ ਤਾਂ ਜੇਕਰ ਦੇਖਿਆ ਜਾਵੇ ਤਾਂ ਸਤੰਬਰ 25 ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਅਸੈਂਟ ਦੇਤੀ ਸੀ। ਸੋ ਉਸ ਤੋਂ ਬਾਅਦ ਲਗਭਗ 1.5 ਸਾਲ ਦਾ ਸਮਾਂ ਸੀ, ਜਿਹੜਾ ਤੁਸੀਂ ਕਹ ਲਓ ਵੀ ਇੱਕ ਦਿਨ, ਇੱਕ ਸਮਾਂ ਅਸੀਂ ਪੰਜਾਬੀਆਂ ਨੇ, ਤੁਸੀਂ ਕਹ ਲਓ ਵੀ ਅਸੀਂ ਹਰ ਸਮਾਂ ਸੋਚ ਕੇ ਕੱਢਿਆ। ਸੋ ਮੇਰਾ ਸਿੰਪਲ ਸਾ ਫੰਡਾ ਹੈ ਵੀ ਜੇਕਰ ਤੁਸੀਂ ਉਹਨਾਂ ਨੂੰ ਵਾਪਸ ਵੀ ਕੀਤਾ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੇ ਅਸੀਂ ਪੰਜਾਬ 'ਚ ਅਸੀਂ ਲੋਕ ਰਹਿੰਦੇ ਹਾਂ, ਜਾਂ ਸਾਡਾ ਨੇਬਰਿੰਗ ਸਟੇਟਸ ਨੇ ਵੀ ਉਹਦੇ ਵਿੱਚ ਸਾਥ ਦਿੱਤਾ, ਔਰ ਮੈਨੂੰ ਲੱਗਦਾ ਵੀ ਇੱਕ ਸਾਡੀ ਬਹੁਤ ਵੱਡੀ ਇੱਕ ਲੈਂਡਮਾਰਕ ਰਿਮਾਰਕੇਬਲ ਜਿਹੜੀ ਜਿੱਤ ਸੀ ਉਹ ਸਾਡੇ ਪੰਜਾਬੀਆਂ ਨੂੰ, ਸਾਰਿਆਂ ਨੂੰ, ਸਾਨੂੰ ਇਕੱਠੇ ਹੋ ਕੇ ਮਿਲੀ। ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਨੋ ਡਾਊਟ ਹੁਣ ਤੱਕ ਜੇਕਰ ਦੇਖਿਆ ਜਾਵੇ ਤਾਂ ਠੀਕ ਹੈ, ਇਹ ਗੁੱਡ ਸਟੈਪ ਸੀ ਵੀ ਸਾਡੇ ਸਟੇਟ ਆਫ ਪੰਜਾਬ 'ਚ ਆਉਣਾ, ਪਰ ਸਾਡੀ ਸਟੇਟ ਆਫ ਪੰਜਾਬ ਅਸੀਂ ਬੜੀਆਂ ਦਿੱਕਤਾਂ ਚੱਲੀਆਂ ਨੇ। ਸਾਡੀ ਇਹ ਜਿਹੜੀ ਸਟੇਟ ਹੈ ਇਹ ਤੁਸੀਂ ਕਹੋ ਵੀ ਬਿਲਕੁਲ ਨਾਲ ਇਹਦੇ ਪਰਲੇ ਪਾਸੇ ਸਾਡੇ ਪਾਕਿਸਤਾਨ ਸਟੇਟ ਹੈ, ਔਰ ਉਹ ਸਾਡੇ ਕੰਟਰੀਜ਼ ਸਾਡੇ ਨਾਲ ਸਾਡੇ ਲੱਗਦੇ ਨੇ, ਜਿਨ੍ਹਾਂ ਦੇ ਨਾਲ ਸਾਡੇ ਤਾਲੁਕਾਤ ਜਿਹੜੇ ਨੇ ਹੁਣ ਤੱਕ ਕੋਈ ਏਡੇ ਵਧੀਆ ਸਾਡੇ ਤਾਲੁਕਾਤ ਹੈ ਨਹੀਂ। ਸੋ ਬਾਰਡਰ ਸਟੇਟ ਹੋਣ ਕਰਕੇ ਇਹ ਸਾਡਾ ਰਾਈਟ ਹੈ, ਜੇਕਰ ਉਹ ਕੋਈ ਕਹਿਣ ਵੀ ਅਸੀਂ ਉਹਨਾਂ ਨੂੰ ਪੰਜਾਬ ਆਫ ਸਟੇਟ ਵਾਸਤੇ ਅਸੀਂ ਕੋਈ ਪੈਕੇਜ ਸੋਚ ਕੇ ਆਏ ਹਾਂ ਜਾਂ ਪੈਕੇਜ ਅਸੀਂ ਦੇਣਾ ਸੀ, ਸਾਡੇ ਰਾਈਟ ਸੀਗੇ। ਸੋ ਮੇਰਾ ਸਿੰਪਲ ਸੀ ਗੱਲ ਇਹ ਹੈ ਕਿ ਸਿੰਪਲ ਦੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਸਾਡੇ ਇੱਥੋਂ ਦੇ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਸਟੇਟ ਆਫ ਪੰਜਾਬ ਦੀ, ਜਾਂ ਉਹਦੇ ਜਿਹੜੀ ਸੈਂਟਰ ਗੌਰਮੈਂਟ ਦੀ ਬੀਜੇਪੀ ਸਟੇਟ ਹੈ, ਮੈਂ ਗੱਲ ਪ੍ਰਾਈਮ ਮਿਨਿਸਟਰ ਸਾਹਿਬ ਦੀ ਨਹੀਂ ਕਰ ਰਿਹਾ, ਕਿਉਂਕਿ ਉਹ ਪ੍ਰਾਈਮ ਮਿਨਿਸਟਰ ਸਾਹਿਬ ਹੁਣ ਇਸ ਵੇਲੇ ਬੀਜੇਪੀ ਨੂੰ ਠੀਕ ਹੈ ਉਹ ਰਿਪਰੈਜ਼ੈਂਟੇਟਿਵ ਹੈਗੇ ਨੇ, ਪਰ ਹੁਣ ਉਹ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸੋ ਮੇਰਾ ਭੋਗਲ ਸਾਹਿਬ ਸਿੰਪਲ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਪੰਜਾਬੀਆਂ 'ਚ ਇੱਕ ਚੀਜ਼ ਦੀ ਖਾਸੀਅਤ ਹੈ, ਅਸੀਂ ਕੀ ਆ ਕਿ ਅਸੀਂ ਥੱਲੇ ਬੈਠ ਕੇ, ਸਾਨੂੰ ਦਾਲ ਫੁਲਕਾ ਵਾਹਿਗੁਰੂ ਨੇ ਦਾਤ ਬਖਸ਼ੀ ਹੈ, ਅਸੀਂ ਥੱਲੇ ਬਹਿ ਕੇ ਸਾਨੂੰ ਖਾਣਾ ਸਾਨੂੰ ਗਵਾਰੇ, ਪਰ ਐਟਲੀਸਟ ਜੇਕਰ ਕੋਈ ਬੰਦਾ ਕੱਲ੍ਹ ਨੂੰ ਕਹੇ ਵੀ ਆਹ ਅਸੀਂ ਕਣਕ ਨਾਲ ਜਿਹੜੀ ਜੂਣਾ ਪੰਜਾਬੀਆਂ ਨੇ ਇਹ ਸ਼ੁਰੂ ਤੋਂ ਰੱਖੀਏ, ਔਰ ਜੇ ਗੱਲ ਕਹਿਣ ਕਿ ਪਹਿਲਾਂ ਅਸੀਂ ਕਾਨੂੰਨ ਬਣਾਤੇ ਠੋਪਤੇ, ਹੁਣ ਅਸੀਂ ਵਾਪਸ ਕਰਤੇ ਤੇ ਹੁਣ ਇੱਥੇ ਇਕੱਠ ਹੋਣ, ਇਹ ਚੀਜ਼ਾਂ ਜਿਹੜੀਆਂ ਨੇ ਹਜੇ ਪੋਸੀਬਲ ਨਹੀਂ ਹੈਗੀਆਂ। ਕਿਉਂਕਿ ਤੁਸੀਂ ਅੱਜ ਤੋਂ 5-7 ਮਹੀਨੇ ਪਿੱਛੇ ਜਾਓ, ਇਹ ਉਹੀ ਇਹਨਾਂ ਦੀ ਇੱਥੇ ਸਾਡੀ ਜਿਹੜੀ ਲੋਕਲ ਲੀਡਰਸ਼ਿਪ ਹੈ, ਇਹ ਉਹ ਲੀਡਰਸ਼ਿਪ ਹੈ ਵੀ ਜੇਕਰ ਕਿਤੇ ਇਹ ਕਿਸੇ ਇਕੱਠ 'ਚ ਜਾਂਦੇ ਸੀ ਤਾਂ ਇਹਨਾਂ ਨੂੰ ਇਹਨਾਂ ਦੀ ਗੱਡੀ ਤੋਂ ਬਾਹਰ ਨਿਕਲਣ ਤੱਕ ਦੀ ਇਜਾਜ਼ਤ ਵੀ ਕਿਹਾ ਜਾਂਦਾ ਸੀਗਾ। ਕਹਿੰਦੇ ਕਿ ਸਿੱਧੇ ਤੌਰ ਤੇ ਬੀਜੇਪੀ ਆਗੂ ਇਹ ਵੀ ਕਹਿੰਦੇ ਸੀ ਕਿ ਚਾਹੇ ਸੂਰਜ ਪੱਛਮ ਤੋਂ ਚੜ੍ਹ ਜਾਵੇ ਪੂਰਬ ਦੀ ਥਾਂ, ਪਰ ਇਹ ਕਾਨੂੰਨ ਵਾਪਸ ਨਹੀਂ ਹੋਣੇ, ਰੱਦ ਨਹੀਂ ਹੋਣੇ, ਇਦਾਂ ਦੀਆਂ ਬਿਆਨਬਾਜ਼ੀਆਂ ਕਰ ਰਹੇ ਸੀ। ਦੇਖੋ, ਉਹਦੇ 'ਚ ਮੈਂ ਭੁੱਗਲ ਸਾਹਿਬ, ਬਾਕੀ ਤੁਹਾਨੂੰ ਬ੍ਰਦਰ ਐਕਸਪਲੇਨ ਕਰਦੇ ਨੇ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਜਿਹੜੇ ਕਾਨੂੰਨ ਵਾਪਸ ਹੋਏ ਨੇ
ਉਹਦੇ ਪਿੱਛੇ ਸਾਡੀਆਂ ਸ਼ਹਾਦਤਾਂ ਨੇ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਡੀਆਂ ਜਾਨਾਂ ਗਈਆਂ ਨੇ। ਔਰ ਅੱਜ ਤੱਕ ਬ੍ਰਦਰ ਅਸੀਂ ਗੱਲ ਕਰ ਰਹੇ ਸੀ ਵੀ 1 ਰੁਪਏ ਦੀ ਵੀ ਕੋਈ ਕੰਪਨਸੇਸ਼ਨ ਨਹੀਂ, ਨਾ ਸਾਨੂੰ ਇਹੋ ਜਿਹੀਆਂ ਜਾਨਾਂ ਗਵਾਉਣ ਪਿੱਛੇ ਸਾਨੂੰ ਕੰਪਨਸੇਸ਼ਨਾਂ ਸੈਂਟਰ ਗੌਰਮੈਂਟਾਂ ਤੋਂ ਚਾਹੀਦੀਆਂ ਨੇ। ਔਰ ਇਹਦੇ ਪਿੱਛੇ ਘਰਾਂ 'ਚ ਪੈਸੇ ਨਹੀਂ, ਖਾਣ ਨੂੰ ਦਾਣੇ ਨਹੀਂ, ਉਹਨਾਂ ਬੰਦਿਆਂ ਨੇ ਜਾ ਕੇ ਉੱਥੇ ਮਹੀਨਾ 15 20 ਦਿਨ ਫੁੱਟ 2 ਫੁੱਟ ਪਾਣੀ ਦੇ ਵਿੱਚ ਅਸੀਂ ਬਿਤਾਏ ਨੇ। ਸੋ ਮੈਂ ਬਾਕੀ ਦਾ ਤੁਹਾਨੂੰ ਜਿਹੜਾ ਐਸਪੈਕਟ ਹੈਗਾ ਨੈਕਸਟ ਜਿਹੜਾ ਉਹ ਤੁਹਾਨੂੰ ਬ੍ਰਦਰ ਇਹਦੇ ਤੱਕ। ਉਮਰ ਸਾਹਿਬ ਬੜੀ ਚਿੰਤਾ ਦੀ ਗੱਲ ਸੀ। ਚਲੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਉਣਾ ਤਾਂ ਦੇਸ਼ ਦੇ ਸੂਬੇ ਦੇ ਵਿੱਚ ਅਸੀਂ ਵਸਦੇ ਹਾਂ, ਸਾਡਾ ਹਿੱਸਾ ਹੈਗਾ, ਤਾਂ ਸੂਬੇ ਨੂੰ ਬਹੁਤ ਸਾਰੀਆਂ ਆਸਾਂ ਹੁੰਦੀਆਂ ਕਿ ਚੰਗੀਆਂ ਚੀਜ਼ਾਂ ਮਿਲਣ, ਬਹੁਤ ਆਸਾਂ ਹੁੰਦੀਆਂ ਨੇ। ਪਰ ਜਿਸ ਤਰੀਕੇ ਦੀ ਇਹ ਫੇਰੀ ਰਹੀ ਹੈ ਉਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਉਂਦਾ, ਕਹਿੰਦੇ ਕਿ ਸਿੱਧੇ ਤੌਰ ਤੇ ਕਾਂਗਰਸ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, 80ਵੇਂ ਦਾ ਯਾਦ ਕਰਵਾਇਆ ਉਹਨਾਂ ਨੇ। ਕਹਿੰਦੇ ਜੋ ਕੁਝ 80ਵੇਂ ਦੇ ਵਿੱਚ ਕੀਤਾ ਉਹੀ ਹੁਣ ਇੱਥੇ ਦੁਬਾਰਾ ਕੀਤਾ ਜਾ ਰਿਹਾ ਕਿ ਭਾਈਚਾਰਕ ਸਾਂਝ ਟੁੱਟ ਜਾਵੇ, ਲੋਕੀ ਆਪਸ 'ਚ ਭਿੜ ਜਾਣ, ਤੇ ਇਹੀ ਚਾਹੁੰਦੀਆਂ ਨੇ ਸਾਡੇ ਨਾਲ ਦੇ ਗਵਾਂਢੀ ਮੁਲਕ। ਤਾਂ ਤੁਹਾਨੂੰ ਲੱਗਦਾ ਜਿਸ ਤਰੀਕੇ ਵੱਲ ਉਹ ਇਸ਼ਾਰਾ ਕਰ ਰਹੇ ਨੇ ਉਹਨਾਂ ਦੀ ਗੱਲ ਸੱਚੀ ਹੈ ਜਾਂ ਫਿਰ ਇਹ ਹਾਲਾਤ ਕੁਝ ਹੋਰ ਨੇ? ਦੇਖੋ, ਮੈਂ ਇੱਕ ਚੀਜ਼ ਇੱਥੇ ਤੁਹਾਡੇ ਮਾਧਿਅਮ ਰਾਹੀਂ ਦੱਸਣੀ ਚਾਹੂੰਗਾ ਕਿ ਜ਼ਖਮ ਹਜੇ ਅੱਲੇ ਨੇ। 750 ਸ਼ਹਾਦਤ ਭਾਜੀ ਮੈਨੇ ਰੱਖ ਦੀ ਏ। ਦੇਖੋ ਘਰਾਂ 'ਚੋਂ ਜੀ ਗਏ ਨੇ। ਦੇਖੋ ਤੁਸੀਂ ਤਾਂ ਸੈਂਟਰ ਭੁੱਲ ਗਈ ਹੋਊਗੀ, ਅਸੀਂ ਨਹੀਂ ਭੁੱਲੇ, ਸਾਡੇ ਘਰਾਂ 'ਚੋਂ ਗਏ ਨੇ। ਨੰਬਰ 1 ਸਰ। ਨੰਬਰ 2 ਗੱਲ 750 ਸ਼ਹਾਦਤ ਸਾਡੀ ਹਜੇ ਕੰਪਨਸੇਸ਼ਨ ਦੀ ਗੱਲ ਉਹ ਕੋਈ ਉਸ ਚੀਜ਼ ਤੇ ਡਿਸਕਸ਼ਨ ਵੀ ਨਹੀਂ। ਉਹ ਇਹ ਕਹਿੰਦੇ ਨੇ ਜੀ ਕਿ ਭੁੱਲ ਜਾਓ, ਲੈਟ ਇਟ ਬੀ, ਰਾਤ ਗਈ ਬਾਤ ਗਈ। ਸੈਕੰਡ ਸਟੈਪ MSP, ਕਿੱਥੇ MSP? ਤੁਸੀਂ MSP ਲਾਤਾ। ਥਰਡ ਸਟੈਪ ਸਰ, ਕਿਸਾਨਾਂ ਦੇ ਬਾਰੇ ਬਾਰਡਰਿੰਗ ਸਟੇਟ ਹੈ ਕਿ ਅਸੀਂ ਸੈਂਟਰ ਟੈਕਸ ਘੱਟ ਦਿੰਦੇ ਆ ਕਿ ਸਟੇਟ ਜਿਹੜਾ ਟੈਕਸ ਹੈ ਸਾਡੀ ਸਟੇਟ ਬਾਕੀ ਦੀ ਸਟੇਟਸ ਨਾਲੋਂ ਜਿਹੜਾ ਸੈਂਟਰਲ GST ਜਾਂਦਾ ਹੈ ਕਿ ਉਹ ਸਾਡੀ ਬਾਕੀ ਦੀਆਂ ਸਟੇਟਾਂ ਨੂੰ ਘੱਟ ਜਾਂਦਾ ਬਈ। ਹੁਣ ਦੇਖੋ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਇੱਥੇ ਆਏ ਨੇ ਭਾਜੀ, ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦੇ ਆ, ਆਪ ਖੇਤੀਬਾੜੀ ਕਰਦੇ ਆ ਭਾਜੀ। ਇਸ ਵਾਰੀ ਭੋਗਲ ਸਾਹਿਬ ਮੈਨੂੰ ਇਹ ਦੱਸਣ 'ਚ ਕੋਈ ਮਤਲਬ ਮੈਂ ਝਿਜਕਦਾ ਨਹੀਂ ਹੈਗਾ ਭਾਜੀ, ਅਸੀਂ ਆਪ DAP ਨਹੀਂ ਮਿਲਿਆ, ਹਾਰ ਕੇ ਉਹ ਮਿਕਸ 32 ਉਹ ਜਿਹੜਾ 64 28 ਕਰਕੇ ਮਿਕਸ ਕਰਕੇ ਉਹ ਸਿਰਫ ਆਪਣੀ ਚਠਾਲੀ ਆਪਣੇ ਮਨ ਨੂੰ ਦਿੱਤੀ ਤੇ ਭਾਜੀ ਉਹ ਕੇਰਾ ਕਰਵਾਇਆ। ਤੇ ਮੈਂ ਪਰਸੋਂ ਪਾਣੀ ਲੱਗੇ ਖੇਤਾਂ ਨੂੰ, 2-3 ਥੈਲੇ ਰੇਹ ਦੇ ਪਏ ਸਰ, ਮੈਂ ਆਪ ਜਾ ਕੇ ਆਇਆ, ਪੀਲੀ ਕਣਕ ਸੀਗੀ। ਤਾਂ ਇਹਦੇ ਸਿੱਟੇ ਜਿਹੜੇ ਨੇ, ਤੁਸੀਂ ਇੱਕ ਪਾਸੇ ਕਾਨੂੰਨ ਵਾਪਸ ਕਰਦੇ ਹੋ ਤੇ ਇੱਕ ਪਾਸੇ DAP ਕਿੰਨੇ ਦੇਣਾ ਸੀ। ਮੈਂ ਸਰ ਪਿਛਲੇ 10 ਸਾਲ ਤੋਂ ਖੇਤੀ ਕਰਾ ਰਿਹਾ ਕਿਉਂਕਿ ਉਸ ਤੋਂ ਪਹਿਲਾਂ ਜ਼ਮੀਨਾਂ ਠੇਕੇ ਤੇ ਸੀਗੀਆਂ। 37 ਸਾਲ ਦੀ ਮੇਰੀ ਉਮਰ ਹੈ, ਮੈਂ ਕਦੀ ਨਹੀਂ ਦੇਖਿਆ ਵੀ DAP ਦੀ ਆਹ ਸ਼ੋਰਟੇਜ ਹੋ ਗਈ। ਬੜੀ ਚਿੰਤਾ ਦੀ ਗੱਲ ਹੈ। ਇੱਕ ਪਾਸੇ ਤਾਂ ਇਹ ਕਹਿ ਦਿੰਦੇ ਕਿ ਅਸੀਂ ਸਾਰਾ ਕੁਝ ਮੇਡ ਇਨ ਇੰਡੀਆ ਕਰਨਾ, ਤੇ ਹੈਰਾਨੀ ਦੀ ਇਹ ਗੱਲ ਹੈ ਕਿ ਜਿਹੜੀ ਸਟੇਟ ਹੈਗੀ ਸਿੱਧੇ ਤੌਰ ਤੇ ਜਿਹੜੀ ਆਪਾਂ ਕਹਿੰਦੇ ਵੀ ਖੇਤੀਬਾੜੀ ਪ੍ਰਧਾਨ ਸੂਬਾ ਹੈਗਾ ਉਹਦੇ ਤੱਕ DAP ਨਹੀਂ ਪਹੁੰਚਦੀ, ਤੇ 30% ਅਸੀਂ ਦੇਸ਼ ਦੇ ਵਿੱਚ ਬਣਾ ਰਹੇ ਹਾਂ, ਬਾਕੀ ਸਾਨੂੰ ਬਾਹਰੋਂ ਮੰਗਾਉਣੀ ਪੈ ਰਹੀ ਹੈ। ਤੇ ਬੜੀ ਅਸੀਂ ਦਾਅਵੇ ਕਿਹੜੇ ਕਰ ਰਹੇ ਹਾਂ? ਭੁੱਗਲ ਸਾਹਿਬ, ਇੱਕ ਚੀਜ਼ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਬਹੁਤ ਕਲੀਅਰ ਕਰੂੰਗਾ ਆਪਣੇ ਪੰਜਾਬੀ ਭਰਾਵਾਂ ਨੂੰ। ਦੇਖੋ ਇੱਥੇ ਸਾਡੀ ਹੁਣ ਅਸੀਂ ਇੱਕ ਸਪੀਚ ਦੇ ਰਹੇ ਹਾਂ, ਇਹ ਸੁਣ ਲੈਣੀ ਛੱਡ ਦੇਣੀ। ਇਲੈਕਸ਼ਨ ਪੰਜਾਬੀਓ ਮੇਰੇ ਭਰਾਵੋ ਫੇਰ ਆ ਰਹੀ ਹੈ। ਤੁਸੀਂ ਵੋਟਾਂ ਤੋਂ ਪਹਿਲਾਂ ਦੇਖੋ ਸਾਨੂੰ ਇੱਕ ਸੋਚਣਾ ਪਊਗਾ ਕਿ ਕਿਹੜੀ ਪਾਰਟੀ ਸਾਡੇ ਹਿੱਤਾਂ ਦੀ ਗੱਲ ਕਰਦੀ ਏ। ਮੈਂ ਆਮ ਨਾਟ ਕਮੈਂਟਿੰਗ, ਆਮ ਨਾਟ ਸਪੋਰਟਿੰਗ ਐਨੀ ਪਾਰਟੀ ਸਰ, ਬਟ ਇੱਕ ਚੀਜ਼ ਜਿਹੜੀ ਮੈਨੂੰ ਦਿਲ ਨੂੰ ਮਾੜੀ ਲੱਗਦੀ ਏ ਉਹ ਇਹ ਹੈ ਕਿ ਅਸੀਂ ਮੌਕੇ ਤੇ ਆ ਕੇ ਉਹ ਯਾਰ ਪਿੰਡ ਦਾ ਸਰਪੰਚ ਲੈ ਆਇਆ ਘਰੇ, ਉਹ ਫਲਾਣਾ ਲੈ ਆਇਆ ਘਰੇ। ਭਾਜੀ ਪਲੀਜ਼ ਸਟਾਪ ਇਟ, ਹੁਣ ਬਹੁਤ ਹੋ ਗਿਆ। ਆਪਾਂ ਦੇਖੋ ਬਹੁਤ ਸਫ਼ਰ ਕੀਤਾ ਹੈ। ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਜਿਹੜੀ ਪਾਰਟੀ ਸਰ ਸਟੇਟ ਪਾਰਟੀ ਹੈ, ਸੈਂਟਰ ਵੀ ਤੇ ਸਟੇਟ ਵੀ, ਚੁਣ ਤੋਂ ਪਹਿਲਾਂ 100 ਵਾਰੀ ਵੋਟ ਤੋਂ ਪਹਿਲਾਂ ਕਰੋ। ਸੋ ਮੈਂ ਆਪਣੀ ਜ਼ਮੀਰਾਂ ਨੂੰ ਜਗਾਓ, ਕੋਈ ਰਿਕਮੈਂਡੇਸ਼ਨ ਨਹੀਂ ਸਰ, ਕੋਈ ਕੰਸਰਨ ਨਹੀਂ। ਤੁਹਾਡੇ ਬੱਚਿਆਂ ਦਾ ਮਾਮਲਾ ਭਾਜੀ, ਇੱਕ ਤੁਹਾਡੇ ਅੱਜ ਮਾਧਿਅਮ ਰਾਹੀਂ ਇੱਕ ਗੱਲ ਕਰੂੰਗਾ, ਯੂ ਆਰ ਕੰਸਰਨਡ ਕਿ ਯਾਰ ਪਾਣੀ ਥੱਲੇ ਜਾ ਰਹੇ ਨੇ। ਕਿਸੇ ਨੇ ਇਸ ਚੀਜ਼ ਤੇ ਝਾਤੀ ਮਾਰੀ ਵੀ +2 ਕਰਦਿਆਂ ਸਰ ਹਰੇਕ ਬੰਦੇ ਦਾ ਸੁਪਨਾ ਮੇਰਾ ਬੱਚਾ ਕੈਨੇਡਾ, ਮੇਰਾ ਬੱਚਾ ਕੈਨੇਡਾ, ਮੇਰਾ ਬੱਚਾ ਅਮਰੀਕਾ। ਸਰ ਇਹ ਸਾਡੇ ਲਈ ਆਉਣ ਵਾਲੇ ਟਾਈਮ 'ਚ ਇਹ ਕਚਹਿਰੀਆਂ, ਇਹ ਸਕੂਲ, ਇਹ ਯੂਨੀਵਰਸਿਟੀਆਂ, ਇੰਸਟੀਟਿਊਸ਼ਨਸ, ਤੁਸੀਂ ਮੇਰੀ ਗੱਲ ਨੋਟ ਰੱਖਿਓ, ਇਹ ਬੰਦ ਹੋਣਗੇ ਸਰ ਅਲਟੀਮੇਟਲੀ ਜਦੋਂ ਸਾਡਾ ਯੂਥ ਹੀ ਬਾਹਰ ਜਾ ਰਿਹਾ। ਡਰੇਨ ਵੱਡੇ ਪੱਧਰ ਤੇ ਹੋ ਰਿਹਾ ਤੇ ਇਸ ਨੂੰ ਸਮੱਸਿਆ ਵਜੋਂ ਦੇਖਿਆ ਨਹੀਂ ਜਾ ਰਿਹਾ। ਉਲਟਾ ਸਿਆਸੀ ਧਿਰਾਂ ਕਹਿ ਰਹੀਆਂ ਕਿ ਅਸੀਂ ਤੁਹਾਨੂੰ ਲੋਨ ਦੇਵਾਂਗੇ, ਤੁਸੀਂ ਵਿਦੇਸ਼ਾਂ ਦਾ ਰੁਖ ਕਰੋ। ਭਾਜੀ ਮੈਂ ਇੱਕ ਚੀਜ਼ ਹੋਰ ਦੱਸਦਾ, ਇੱਕ ਹੁਣ ਅੱਜ ਕੱਲ੍ਹ ਨਾ ਇੱਕ ਹੋਰ ਟ੍ਰੈਂਡ ਫੋਲੋ ਕਰ ਲਿਆ। ਮੈਂ ਜੀ 1000 ਦੇਣਾ, 1000 ਉਹ ਦੇਣਾ ਲੇਡੀ, ਉਹ ਕਹਿੰਦਾ ਮੈਂ 2 ਦੇਣਾ, ਉਹ ਕਹਿੰਦਾ ਮੈਂ 3 ਦੇਣਾ। ਸਰ ਵਾਟ ਇਜ਼ ਦਿਸ? ਸਟਾਪ ਇਟ ਯਾਰ। ਤੁਸੀਂ ਦੱਸੋ ਸਾਨੂੰ ਇੰਪਲੋਇਮੈਂਟ ਕੀ ਲੈ ਕੇ ਆ ਰਹੇ ਹੋ, ਕਿਹੜੀਆਂ ਕੰਪਨੀਆਂ ਯਾਰ, ਕਿਹੜੇ ਕੰਮੀ ਪੈ ਗਏ ਆਪਾਂ। ਤੁਸੀਂ ਮੇਰੀ ਗੱਲ ਸੁਣੋ ਸਰ, ਪੰਜਾਬੀ ਇੱਕ ਅਣਖੀ ਮੈਨੂੰ ਲੱਗਦਾ ਕਿ ਜੁਝਾਰੂ ਕੌਮ ਹੈ ਉਹ ਸਰ। ਆਪਾਂ ਕਿਸੇ ਮੈਂ ਇਸ ਗੱਲ ਤੇ ਕਹਿਣ 'ਚ ਕੋਈ ਦੋਕਤਾਈ ਨਹੀਂ ਕਿ ਸਰ ਇੱਕ ਲੀਡਰ ਦੇ ਮੂੰਹ, ਭਾਵੇਂ ਉਹ ਭਗਵੰਤ ਮਾਨ ਹੈ, ਭਾਵੇਂ ਨਵਜੋਤ ਸਿੱਧੂ ਹੈ, ਤੇ ਭਾਵੇਂ ਸੁਖਬੀਰ ਹੈ, ਤੇ ਭਾਵੇਂ BJP ਦਾ ਕੋਈ ਵੀ ਲੀਡਰ ਹੈ, ਕੇਜਰੀਵਾਲ ਸਾਹਿਬ ਨੇ, ਕਿਸੇ ਨੇ ਪੰਜਾਬ ਦੇ ਬੱਚਿਆਂ ਦੀ ਗੱਲ ਕੀਤੀ। ਭਾਜੀ ਅੱਜ ਸਾਡੇ ਕੋਲ 1-1 2-2 ਬੱਚਾ ਨੇ, ਉਸ ਬੱਚੇ ਨੂੰ ਪਾਲਣਾ ਤੇ ਫਿਰ ਆਪਣੇ ਜਿਗਰੇ ਤੋਂ ਕੱਢ ਕੇ
ਉਸ ਜਿਗਰ ਦੇ ਟੋਟੇ ਨੂੰ ਬਾਹਰ ਭੇਜਣਾ। ਜਿਹੜੀ ਮਾਂ ਕਦੀ ਇੱਕ ਬੱਚੇ ਨੂੰ ਇੱਕ ਰਾਤ ਨਹੀਂ ਸੀ ਕਰਦੀ, ਅੱਜ ਭਾਜੀ ਉਹਨੂੰ ਉੱਥੇ ਠੋਕਰਾਂ ਖਾ ਰਹੇ ਨੇ। ਸੋ ਇਸ ਚੀਜ਼ ਬਾਰੇ ਕਿਸੇ ਦਾ ਕੋਈ ਕੰਸਰਨ ਨਹੀਂ। ਇੱਕ ਚੀਜ਼ ਮੈਂ ਜਾਂਦੀ ਜਾਂਦੀ ਹੋਰ ਕਰ ਦੂੰਗਾ, ਤੁਸੀਂ ਵਾਅਦੇ ਨਾ ਕਰੋ ਬਾਰ-ਬਾਰ। ਦੇਖੋ ਪੰਜਾਬੀਆਂ ਨਾਲ ਜੇ ਧੋਖਾ ਕੀਤਾ, ਹੁਣ ਜਿਹੜਾ ਬ੍ਰੀਚ ਆਫ ਟਰਸਟ ਹੈ ਨਾ, ਇੱਕ ਵਿਸ਼ਵਾਸਘਾਤ ਹੈ 406 ਇੰਡੀਅਨ ਪੈਨਲ ਕੋਡ 'ਚ ਹੈ। ਅਸੀਂ ਇਸ ਵਾਰੀ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਲਿਖਣੀ ਹੈ ਬਈ ਇਹਨਾਂ ਦੇ ਜਿਹੜੀਆਂ ਮੈਨੀਫੈਸਟੋ, ਇਹਨਾਂ ਦਾ ਜਿਹੜੇ ਏਜੰਡੇਸ ਨੇ ਸਰ, ਉਹਨਾਂ ਤੇ ਇਹਨਾਂ ਦਾ ਪਾਰਟੀ ਪ੍ਰਧਾਨ ਤੋਂ ਲੈ ਕੇ ਸੀਐਮ ਚਿਹਰੇ ਤੋਂ, ਇਹਨਾਂ ਤੋਂ ਜਿਹੜਾ ਇਹ ਦੱਸ ਰਹੇ ਨੇ, ਇਹਨਾਂ ਦੇ 5 ਸੀਨੀਅਰ ਮੈਂਬਰਸ ਤੋਂ ਸਾਈਨ ਕਰਵਾਓ, ਤਾਂ ਕਿ ਜੇਕਰ ਇਹ ਉਸ ਚੀਜ਼ ਤੋਂ, ਕੈਪਟਨ ਸਾਹਿਬ ਨੂੰ ਮੈਂ ਰਿਸਪੈਕਟ ਕਰਦਾ, ਮਾਣਯੋਗ ਨੇ, 80 ਸਾਲ ਦੀ ਮੈਨੂੰ ਲੱਗਦਾ ਲਗਭਗ ਉਹਨਾਂ ਦੀ ਉਮਰ ਹੈ ਭਾਜੀ। ਸਮਾਰਟਫੋਨ ਅਸੀਂ ਆਹ ਕਰ ਦੇਣਾ, ਅਸੀਂ ਨਸ਼ਾ ਇਹਨੇ ਭਾਜੀ ਡੋਂਟ ਟੇਕ ਇਟ ਭਾਜੀ। ਇਹ ਪੰਜਾਬੀ ਨੇ, ਤੁਸੀਂ ਹੁਣ ਬਹੁਤ, ਤੁਸੀਂ ਦੇਖੋ ਸਾਰਿਆਂ ਨੇ, ਇੱਕ ਮੈਂ ਪਾਰਟੀ ਦੀ ਗੱਲ ਨਹੀਂ ਕਰਦਾ, ਸਾਰਿਆਂ ਦੀ। ਸੋ ਅੱਜ ਚੋਣ ਮਨੋਰਥ ਪੱਤਰ ਜਿਹੜਾ ਹੈਗਾ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਜੇ ਉਹ ਪੂਰਾ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ। ਮੈਂ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਉਹ ਤਾਂ ਹੈ ਹੀ ਹੈ ਕਿ ਜਿਹੜਾ ਇਹਨਾਂ ਨੇ ਮੈਨੀਫੈਸਟੋ, ਉਹਦੇ ਵਿੱਚ ਏਜੰਡਾਜ਼ ਨੇ। ਤੁਸੀਂ ਅੱਜ ਵੀ ਏਜੰਡਾ ਕੱਢ ਲਓ, ਤੁਸੀਂ ਗੂਗਲ, ਆਪਣੇ ਸਾਰਿਆਂ ਦੇ ਕੋਲ ਫੋਨ ਨੇ, ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰੋ, ਤੁਸੀਂ ਏਜੰਡੇ ਦੇਖੋ ਕਿ ਜਦੋਂ ਇਹ ਸੈਂਟਰ ਗਵਰਨਮੈਂਟ 2019 ਚ ਗਵਰਨਮੈਂਟ ਐਸਟੈਬਲਿਸ਼ ਹੋਈ ਹੈ, ਤੁਸੀਂ ਉਹਨਾਂ ਦਾ ਮੈਨੀਫੈਸਟੋ ਕੱਢੋ। ਮੈਨੀਫੈਸਟੋ ਦੇ ਵਿੱਚ ਏਜੰਡਾ ਨੰਬਰ 4, ਏਜੰਡਾ ਨੰਬਰ 6 ਸਪੈਸੀਫਿਕਲੀ ਕੀ ਮੈਂਸ਼ਨ ਹੈ ਕਿ ਅਸੀਂ ਜਿਹੜੀਆਂ MSPs ਨੇ ਉਹ ਅਸੀਂ ਇਨਸ਼ੋਰ ਕਰਾਂਗੇ ਮਿਨੀਮਮ ਸਪੋਰਟ ਪ੍ਰਾਈਸ। ਸਵਾਮੀਨਾਥਨ ਰਿਪੋਰਟ ਜਿਹੜੀ ਹੈ 2004, ਯਾਰ ਇਟਸ ਅ ਗ੍ਰੇਟ ਫੇਲੀਅਰ। ਇਟਸ ਦੀ ਲੌਂਗ ਪੈਸੇਜ ਆਫ ਟਾਈਮ ਆਫ 17 ਈਅਰਸ, 8 ਮੋਰ ਦੈਨ ਸਪੈਂਟ 18 ਈਅਰਸ ਨਿਕਲ ਗਏ ਨੇ। ਹਜੇ ਤੱਕ ਸਾਡੀਆਂ ਸਵਾਮੀਨਾਥਨ ਦੀਆਂ ਜਿਹੜੀਆਂ ਫਾਈਂਡਿੰਗਸ ਨੇ ਉਹੀ ਇੰਪਲੀਮੈਂਟ ਨਹੀਂ ਕੀਤੀਆਂ। ਔਰ ਮੈਂ ਇਹਨਾਂ ਤੋਂ ਇਲਾਵਾ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਬਹੁਤ ਵੱਡੀ ਸਾਡੀ, ਤੁਸੀਂ ਕਹ ਲਓ ਰਿਮਾਰਕੇਬਲ ਜਿੱਤ ਜਿਹੜੀ ਸਾਡੀ ਕਿਸਾਨਾਂ ਦੀ ਹੋਈ ਹੈ ਔਰ ਜਿਹੜੇ ਕਾਨੂੰਨ ਵਾਪਸ ਹੋਏ ਨੇ। ਪਰ ਇੱਕ ਚੌਕਸੀ ਦਾ ਸਮਾਂ ਹੈ। ਚੌਕਸੀ ਦਾ ਸਮਾਂ ਕੀ ਹੈ ਵੀ ਉਹਦੇ ਤੋਂ ਆਉਣ ਤੋਂ ਬਾਅਦ ਸਾਡੇ ਪੰਜਾਬ 'ਚ ਹਾਲਾਤ ਕੀ ਬਣੇ। ਮੈਂ ਨਹੀਂ ਕਹਿਣਾ ਚਾਹੁੰਦਾ ਕਿ ਪੋਲੀਟੀਕਲ ਇਨਫਲੂਐਂਸ ਥੱਲੇ ਹੋ ਰਿਹਾ। ਦੇਖੋ ਸਾਡੇ ਬੇਅਦਬੀ, ਸਾਡਾ ਸਰਵਉੱਚ ਸਥਾਨ ਸਿੱਖਾਂ ਦਾ ਉਹ ਹਰਿਮੰਦਰ ਦਰਬਾਰ ਸਾਹਿਬ ਹੁੰਦਾ ਹੈ। ਉਸ ਤੋਂ ਬਾਅਦ ਇੱਥੇ ਸਾਡੇ ਬਹੁਤ ਸਤਿਕਾਰਯੋਗ ਮੰਦਿਰਾਂ ਦੇ ਵਿੱਚ ਬੇਅਦਬੀਆਂ ਹੁੰਦੀਆਂ ਨੇ, ਔਰ ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਜਿਹੜਾ ਬੰਬ ਬਲਸਟ ਹੁੰਦਾ ਹੈ। ਮੈਂ ਸਿੰਪਲ ਜੀ ਗੱਲ ਇਹ ਕਹਿਣੀ ਚਾਹੁੰਦਾ ਕਿ ਇਹ ਤਾਕਤਾਂ ਨੇ, ਮੈਨੂੰ ਨਹੀਂ ਪਤਾ ਇਲੈਕਸ਼ਨ ਕਰਕੇ ਹੋ ਰਿਹਾ ਕਿਉਂ ਹੋ ਰਿਹਾ। ਸੋ ਮੈਨੂੰ ਇਹ ਗੱਲ ਲੱਗਦੀ ਹੈ ਕਿ ਸਾਨੂੰ ਇੱਕ ਯੂਨਿਟੀ ਜਿਹੜੀ ਸਾਡੇ ਪੰਜਾਬ ਵਾਲਿਆਂ ਨੇ, ਆਪਾਂ ਇੱਕ ਹਰਿਆਣਾ ਨਾਲ ਦੀਆਂ ਸਟੇਟਾਂ ਦੇ, ਅਸੀਂ 100 ਟਾਈਮਸ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਥ ਦਿੱਤਾ। ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਜਿਹੜੀ ਆਪਸ ਦੇ ਵਿੱਚ ਇੱਕ ਜਿਹੜੀ ਅਖੰਡਤਾ ਹੈ, ਯੂਨਿਟੀ ਹੈ, ਸਾਨੂੰ ਸਟੇਟ ਨੂੰ ਉਹ ਬਰਕਰਾਰ ਰੱਖਣਾ ਚਾਹੀਦਾ। ਕਿਉਂਕਿ ਇਸੇ ਤਰੀਕੇ ਦੇ ਹਾਲਾਤ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਬਣੇ ਸੀ, ਬੇਅਦਬੀ ਵੀ ਹੋਈ ਸੀ, ਤੇ 2017 ਦੀਆਂ ਇਲੈਕਸ਼ਨਾਂ ਤੋਂ ਐਨ ਪਹਿਲਾਂ ਮੌੜ ਮੰਡੀ ਬਲਾਸਟ ਵੀ ਹੋਇਆ ਸੀ। ਉਸ ਤੋਂ ਬਾਅਦ ਸਾਰਾ ਮਾਹੌਲ ਬਦਲ ਗਿਆ ਸੀ। ਬਈ ਜਿਸ ਤਰੀਕੇ ਨਾਲ ਇਸ ਵੇਲੇ ਕਿਸਾਨ ਕੋਸ਼ਿਸ਼ ਕਰ ਰਹੇ ਨੇ ਵੀ ਸਿਆਸਤ ਵਾਲੇ ਪਾਸੇ ਆਣ ਕੇ ਇੱਕ ਵਿਕਲਪ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਜਿੰਨੇ ਵੀ ਵਕੀਲ ਸਾਹਿਬ ਨੇ ਉਹ ਸਾਰੇ, ਜਾਂ ਜਿੰਨੇ ਵੀ ਤੁਹਾਡੇ ਗਰੁੱਪ ਨੇ, ਉਹ ਕਿਸਾਨ ਸਮਰਥਨ ਰਹੇ ਨੇ, ਕਿਸਾਨ ਅੰਦੋਲਨ ਦੇ ਵਿੱਚ ਭੂਮਿਕਾ ਨਿਭਾਉਂਦੇ ਰਹੇ ਨੇ, ਆਪਣੇ ਕੰਮ ਦੇ ਵਿੱਚੋਂ ਸਮਾਂ ਕੱਢ ਕੇ ਉੱਥੇ ਗਏ। ਤਾਂ ਉਸ ਤੋਂ ਬਾਅਦ ਹੁਣ ਇਹ ਵੀ ਜ਼ਿਕਰ ਆ ਰਿਹਾ, ਕਿਸਾਨ ਆਗੂ ਕਹਿੰਦੇ ਵੀ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਇਕੱਲੇ ਆਗੂ ਨਹੀਂ, ਵਕੀਲ ਵੀ, ਚਾਹੇ ਕਲਾਕਾਰ ਭਾਈਚਾਰੇ ਦੇ, ਉਹ ਸਿਆਸਤ ਵੱਲ ਆਉਣ ਤੇ ਆਣ ਕੇ ਸਾਡੇ ਚਿਹਰੇ ਵੀ ਬਣ। ਘੁੰਮਣ ਭਰਾਵਾਂ ਦੀ ਕੋਈ ਇਸ ਬਾਰੇ ਰਾਏ ਹੈ ਇਸ ਵੇਲੇ ਕਿ ਅਸੀਂ ਸਿਆਸਤ ਵਾਲੇ? ਜ਼ਰੂਰ ਦਊਂਗਾ। ਦੇਖੋ ਮੈਨੂੰ ਇਹ ਲੱਗਦਾ ਹੈ ਕਿ ਵਿਧਾਨ ਸਭਾ ਉਹ ਸ਼ਖਸ ਹੋਣਾ ਚਾਹੀਦਾ ਭਾਜੀ ਜਿਹੜਾ ਐਜੂਕੇਟਡ ਹੋਵੇ। ਇਹਨਾਂ ਦੇ ਜਿਹੜੇ ਲੀਡਰ ਨੇ, ਮੈਂ ਨਾਮ ਨਹੀਂ ਲੈਣਾ, ਮੈਂ ਇਹਨਾਂ ਦੇ ਨਾਲ ਬੈਠਦਾ, ਮੇਰੇ ਨਾਲ ਸਾਰਿਆਂ ਦੀ ਚੰਗੇ ਰਿਲੇਸ਼ਨਸ ਨੇ, ਪਰ ਭਾਜੀ ਇਹਨਾਂ ਦਾ ਵਿਜ਼ਨ ਹੀ ਕਲੀਅਰ ਨਹੀਂ। ਇਹਨਾਂ ਨੂੰ 5 ਸਾਲ, ਇਹਨਾਂ ਨੂੰ ਇਹ ਹੈ ਵੀ ਘਰਾਂ 'ਚ ਵੋਟਾਂ ਮੰਗਣ ਜਾਣਾ ਹੈ। ਇਹਨਾਂ ਦਾ ਵਿਜ਼ਨ ਕਲੀਅਰ ਹੋਣਾ ਚਾਹੀਦਾ, ਮੈਂ 5 ਸਾਲ ਕਰਨਾ ਕੀ ਹੈ, ਮੈਂ ਆਪਣੀ ਕਨਸਟੀਚੁਐਂਸੀਜ਼ ਕੀ ਲੈ ਕੇ ਆਉਣਾ ਹੈ। ਸਰ ਮੈਂ ਬੀਇੰਗ ਏ ਲੀਗਲ ਫਰਟਰਨਿਟੀ ਮੈਂਬਰ, ਮੈਂ ਆਪਣੇ ਲੋਕਾਂ ਨੂੰ ਇੱਕ ਗੱਲ ਕਹੂੰਗਾ ਕਿ ਤੁਸੀਂ ਪਾਰਟੀ ਮਗਰ ਨਾ ਜਾਓ। ਤੁਸੀਂ ਭਾਵੇਂ ਕਿਸਾਨ ਪਾਰਟੀ ਹੈ, ਭਾਵੇਂ ਕਾਂਗਰਸ ਹੈ, BJP ਹੈ, ਤੁਸੀਂ ਇੰਡੀਵਿਜੂਅਲ ਦੇਖੋ ਕਿ ਬੰਦੇ ਦਾ ਵਿਜ਼ਨ ਕਿੰਨਾ ਕਲੀਅਰ ਹੈ। ਦੇਖੋ ਵਿਧਾਨ ਸਭਾ ਦੇ ਵਿੱਚ ਹੈ ਕੀ ਹੈ, ਕਾਨੂੰਨ ਘੜੇ ਜਾਣੇ ਨੇ, ਡਿਸਕਸ਼ਨਸ ਨੇ। ਜੇ ਤਾਂ ਐਜੂਕੇਟਡ ਹੋਊਗਾ ਭਾਜੀ ਉਹ ਤਾਂ ਗੱਲ ਰੱਖੂਗਾ ਆਪਣੀ ਅੱਗੇ, ਜਿਹੜਾ ਅਨਐਜੂਕੇਟਡ ਬੰਦਾ ਉਹ ਡਰਦਾ ਪਿੱਛੇ ਬੈਠਾ ਰਹੂਗਾ। ਸੋ ਇੱਕ ਚੀਜ਼ ਮੈਂ ਤੁਹਾਨੂੰ ਇੱਕ ਮਾਧਿਅਮ ਰਾਹੀਂ ਕਹੂੰਗਾ, ਇੱਕ ਛੋਟੀ ਜਿਹੀ ਗੱਲ ਜਾਂਦਾ ਜਾਂਦਾ ਕਰ ਜੂੰਗਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ, ਆਪਣਿਆਂ ਨੂੰ ਇੱਕੋ ਚੀਜ਼ ਕਹੂੰਗਾ ਕਿ ਸਿਲੈਕਸ਼ਨ ਆਫ ਲੀਡਰ ਬਹੁਤ ਜ਼ਰੂਰੀ ਹੈ। ਔਰ ਸਾਡੇ ਭਾਜੀ ਕੀ ਹੈ, ਬਾਹਰਲੇ ਕੰਟਰੀਆਂ 'ਚ ਕੀ ਫਰਕ ਹੈ, ਉਹ ਲੈਕਚਰ ਹੋਊਗਾ, ਮੇਰਾ ਲੈਕਚਰ ਸੁਣਨਗੇ, ਇਹਨਾਂ ਦਾ ਸੁਣਨਗੇ। ਜਿਹੜਾ ਲੀਡਰ 'ਚ ਉਹਨੂੰ ਕੁਆਲਿਟੀ ਲੱਗੂਗੀ ਉੱਥੇ ਸਿਲੈਕਸ਼ਨ ਹੁੰਦੀ ਹੈ। ਉਹ ਪਾਰਟੀ ਜਿਹੜੀਆਂ ਨੇ ਉਹ ਬਾਤ ਦੀ ਗੱਲ ਹੈ। ਸਿੱਖਾਂ ਦੀ ਪਰੰਪਰਾ ਵੀ ਇਹੀ ਰਹੀ ਹੈ, ਸਿਲੈਕਸ਼ਨ ਹੁੰਦੀ ਸੀ। ਇਹ ਇਲੈਕਸ਼ਨ ਕਿੱਥੋਂ ਆਣ ਕੇ ਸਾਡੇ ਤੇ ਥੋਪ ਦਿੱਤੀ ਗਈ, ਬੜੀ ਚਿੰਤਾ ਦੀ ਗੱਲ। ਮੈਂ ਭੁੱਗਲ ਸਾਹਿਬ, ਮੈਂ ਇੱਕ ਲਾਸਟ ਦੇ ਵਿੱਚ ਇੱਕ ਮੈਂ ਪੁਆਇੰਟ ਕਹਿਣਾ ਚਾਹੁੰਦਾ। ਬ੍ਰਦਰ ਨੇ ਬਹੁਤ ਰਾਈਟਲੀ ਕਿਹਾ ਕਿ ਸਾਡੀ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਅਸੀਂ ਨਾ ਜੁੜੇ ਹਾਂ, ਨਾ ਹੀ ਹਜੇ ਇਨ ਫਿਊਚਰ ਸਾਡਾ ਜੁੜਨ ਦਾ ਕੋਈ ਹੈਗਾ। ਪਰ ਮੈਂ ਇੱਕ ਗੱਲ ਜ਼ਰੂਰ ਕਰਦਾ ਕਿ ਦੇਖੋ ਜਿਹੜੀਆਂ ਸਾਡੀਆਂ ਇੱਥੇ ਖੇਤਰੀ ਪਾਰਟੀਆਂ ਨੇ, ਜਿਹੜੇ ਘਰ ਦੇ ਜੀ ਨੇ ਨਾ, ਮੈਂ ਕਿਸੇ ਨਾਲ ਨਹੀਂ ਜੁੜਿਆ, ਜਿਹੜੇ ਘਰ ਦੇ ਜੀ ਨੇ ਉਹਨਾਂ ਨੂੰ ਕੰਨੋਂ ਫੜ ਲਈਦਾ ਵੀ ਤੂੰ ਆ ਤੇਰਾ ਨੁਕਸੇ ਇਹਨੂੰ ਦਰੁਸਤ ਕਰ ਲੈ। ਉਹ ਮੈਂ ਕਹਿੰਦਾ, ਮੈਂ ਕਿਸੇ ਦਾ ਨਾਮ ਨਹੀਂ ਲੈਣਾ, ਪਰ ਐਟਲੀਸਟ ਮੈਨੂੰ ਦੁੱਖ ਬੜਾ ਹੁੰਦਾ ਜਦੋਂ ਬਾਹਰੋਂ ਲੀਡਰ ਆ ਕੇ ਇੱਥੇ ਗੱਲਬਾਤ। ਦੇਖੋ ਸਾਡੇ ਪੰਜਾਬੀ ਜਿਹੜੇ ਅਸੀਂ ਆ, ਸਾਡੇ ਕੀ ਮਸਲੇ ਨੇ,
ਸਾਡਾ ਪਹਿਲਾ ਮਸਲਾ ਸੀਗਾ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ, ਪਹਿਲਾ ਮਸਲਾ। ਔਰ ਦੂਜੇ ਰੈਸਟ ਆਫ ਮਸਲੇ ਭਾਵੇਂ ਚੰਡੀਗੜ੍ਹ ਦਾ ਮਸਲਾ ਜਾਂ ਸਾਡੇ ਜਿਹੜੇ ਹੋਰ ਮਸਲੇ ਨੇ, ਉਹ ਜਦੋਂ ਤੁਸੀਂ ਬਹਿੰਦਿਆਂ ਸਾਰ ਤੁਸੀਂ ਯਾਰ ਸਿਆਸਤ ਕਰਨ ਆ ਜਾਂਦੇ ਹੋ ਤੁਸੀਂ ਪੰਜਾਬ 'ਚ, ਤਾਂ ਤੁਸੀਂ ਉੱਥੇ ਬੋਲਣ ਲੱਗ ਪੈਂਦੇ ਹੋ ਹਿੰਦੀ। ਮੈਂ ਨਹੀਂ ਕਹਿੰਦਾ ਹਿੰਦੀ ਸਾਡੀ ਨੈਸ਼ਨਲ ਲੈਂਗੁਏਜ ਹੈ, ਅਸੀਂ ਉਹਨਾਂ ਸਤਿਕਾਰ ਅਸੀਂ ਦਿਲੋਂ ਕਰਦੇ ਹਾਂ ਜਿੰਨਾ ਅਸੀਂ ਪੰਜਾਬੀ ਦਾ ਕਰਦੇ ਹਾਂ, ਪਰ ਗੱਲ ਮੈਂ ਪੰਜਾਬ ਦੀ ਕਰਦਾ। ਸੋ ਸਿੰਪਲ ਸੀ ਗੱਲ ਹੈ ਵੀ ਉਹ ਪਹਿਲਾਂ ਸਾਡੇ ਜਿਹੜੇ ਮਾਸਟਰ ਨੇ, ਸਾਡੇ ਜਿਹੜੇ ਪੰਜਾਬੀ ਦੇ ਟੀਚਰ ਨੇ, ਜਿਨ੍ਹਾਂ ਦੇ ਅੱਜ ਵੀ ਅਸੀਂ ਪੈਰਾਂ ਦੀ ਧੂੜ ਆ, ਉਹ ਤੁਸੀਂ ਪਹਿਲਾਂ ਆ ਕੇ ਉਹਨਾਂ ਦੇ ਕੋਲ ਕਲਾਸਾਂ ਹੀ ਲੈ ਲਓ, ਉਹ ਪੰਜਾਬੀ ਦੇ ਉੱਪਰ ਕਮਾਂਡ ਹੀ ਕਰ ਲਓ। ਜਦੋਂ ਪੀਸੀਐਸ ਭਾਵੇਂ ਬਾਹਰਲੀਆਂ ਆਊਟਰ ਸਟੇਟਸ ਦੇ ਨੇ, ਉਹਨਾਂ ਨੂੰ ਕਹਿੰਦੇ ਨੇ ਪਹਿਲਾਂ 10ਵੀਂ ਪਾਸ ਕਰੋ। ਸੋ ਮੈਂ ਸਿੰਪਲ ਜੀ ਗੱਲ ਕਹਿਣੀ ਚਾਹੁੰਦਾ ਕਿ ਪ੍ਰੈਫਰੈਂਸ ਜਿਹੜੀ ਹੈ, ਜੋ ਮੈਨੂੰ ਲੱਗਦਾ ਹੈ, ਉਹ ਸਾਨੂੰ ਬ੍ਰਦਰ ਦੀ ਗੱਲ ਸੁਣੋ, ਉਹ ਤੁਹਾਡਾ ਰਾਈਟ ਹੈ, ਕਨਸਟੀਟਿਊਸ਼ਨ ਰਾਈਟ ਤੁਹਾਨੂੰ ਗਵਰਨਮੈਂਟ ਉਹਨੇ ਦਿੱਤਾ ਹੈ, ਕਨਸਟੀਟਿਊਸ਼ਨ ਨੇ ਵੀ ਤੁਹਾਡਾ ਰਾਈਟ ਹੈ ਵੋਟ ਕਿੱਥੇ ਪਾਣੀ ਹੈ, ਪਰ ਸਿਲੈਕਸ਼ਨ ਜਿਹੜੀ ਹੈ ਉਹ ਸਾਰੀਆਂ ਚੀਜ਼ਾਂ ਵਿੱਚ ਤੁਸੀਂ ਮੱਦੇ ਨਜ਼ਰ ਰੱਖ ਕੇ ਫਿਰ ਆਪਣੀ ਵੋਟ ਨੂੰ ਕਾਸਟ। ਅਖੀਰਲਾ ਸਵਾਲ, ਲੱਗਦਾ ਕਿ ਇਸ ਦੇ ਅੱਜ ਜਿਹੜੇ ਸਿੱਧੇ ਤੌਰ ਤੇ ਕਿਸਾਨਾਂ ਨੇ ਵਿਰੋਧ ਕੀਤਾ, ਸਾਰੇ ਰਾਹ ਜਾਮ ਕਰ ਦਿੱਤੇ, ਹੁਣ ਇਹ ਕਿਹਾ ਜਾ ਰਿਹਾ ਬ੍ਰੀਚ ਹੋ ਗਈ ਹੈ ਸਿਕਿਉਰਿਟੀ, ਜੇ ਹੋ ਗਿਆ ਉਹ ਹੋ ਗਿਆ, ਐਸਐਸਪੀ ਤੱਕ ਦੇ ਉੱਥੇ ਲੋਕਾਂ ਨੂੰ ਲਾਲੇ ਪੈ ਗਏ ਨੇ, ਹੁਣ ਤਾਂ ਪੰਜਾਬ ਸਰਕਾਰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ। ਲੱਗਦਾ ਕਿ ਇਹ ਲੋਕਾਂ ਦਾ ਉਹੀ ਰੋਸ ਸੀਗਾ ਜਿਹਦੇ ਕਰਕੇ ਸਾਰਾ ਕੁਝ ਹੋਇਆ, ਤੇ ਇਸੇ ਤਰੀਕੇ ਨਾਲ ਬਾਦ ਦਸਤੂਰ ਜਾਰੀ ਰਹੇਗਾ। ਦੇਖੋ ਮੈਂ ਇੱਕ ਚੀਜ਼ ਕਹੂੰਗਾ ਭੁੱਗਲ ਸਾਹਿਬ, ਸਾਨੂੰ ਨਾ ਇੱਕ ਪੰਜਾਬ 'ਚ ਪਤਾ ਲੱਗ ਰਿਹਾ ਜੀ, ਉਹ ਅੱਜ ਫਲਾਣਾ ਵੀ ਬੀਜੇਪੀ ਜੁਆਇਨ ਕਰ ਗਿਆ, ਉਹ ਅੱਜ ਫਲਾਣਾ ਵੀ ਕਰ ਗਿਆ। ਭਾਜੀ ਮੇਰੀ ਇੱਕ ਦੇਖੋ, ਤੁਸੀਂ ਜਿਹੜੀਆਂ, ਮੈਂ ਕਿਸੇ ਇੰਡੀਵਿਜੂਅਲ ਬਾਰੇ ਗੱਲ ਨਹੀਂ ਕਰਨੀ, ਜਿਹੜੀਆਂ ਪਾਰਟੀਆਂ ਨੂੰ ਤੁਸੀਂ ਪਿਛਲੇ 30 ਸਾਲ ਦੇ ਮੰਨ ਰਹੇ ਹੋ ਅਹੁਦੇ, ਉਹਨਾਂ ਪਾਰਟੀਆਂ ਨੂੰ 1 ਮਿੰਟ 'ਚ ਪਤਾ ਲੱਗਦਾ ਜੀ ਉਹ ਬੀਜੇਪੀ 'ਚ ਚਲੇ ਗਿਆ। ਮੈਂ ਨਹੀਂ ਕਹਿੰਦਾ ਬੀਜੇਪੀ ਪਾਰਟੀ ਸਾਡੀ ਨੈਸ਼ਨਲ ਪਾਰਟੀ ਹੈ, ਮੈਂ ਇੱਕ ਵਾਰੀ ਵੀ ਕਹੂੰਗਾ ਨਹੀਂ ਤੁਸੀਂ ਕਰੋ, ਪਰ ਸਰ ਜਿਹੜੇ ਰੋਸ ਨੇ ਉਹ ਹੁਣ ਇਹ ਮੈਂ ਇੱਕ ਤਰੀਕੇ ਨਾਲ ਦੇਖੋ, ਅੱਜ ਵੈਦਰ ਉੱਥੇ ਠੀਕ ਨਹੀਂ ਸੀ ਜਾਂ ਉੱਥੇ ਕੋਈ ਰੋਕਾਂ ਲੱਗੀਆਂ, ਇਹ ਝਾਤੀ ਬ੍ਰਦਰ ਵਾਲੀ ਗੱਲ ਖਣੋ ਮਾਰਨੀ ਪੈਣੀ ਹੈ ਕਿ ਤੁਸੀਂ ਹਜੇ ਦਿੱਤਾ ਕੀ ਹੈ। ਮੈਨੂੰ ਅੱਜ ਕਿਸੇ ਨੇ ਸਵਾਲ ਪੁੱਛਿਆ ਕਿ ਸਰ ਅੱਜ ਨੁਕਸਾਨ ਹੋ ਗਿਆ ਸਟੇਟ ਦਾ, ਅੱਜ ਉਹ ਪੈਕੇਜ ਲੈ ਕੇ ਆ ਰਿਹਾ ਸੀ। ਸਰ ਜੇ ਉਹ ਟਰੂ ਫਰੋਮ ਹਾਰਟ ਉਹਦੀਆਂ ਇੰਟੈਂਸ਼ਨ ਸਹੀ ਸੀ, ਉਹ ਪੈਕੇਜ ਲਈ ਲੋੜ ਨਹੀਂ, ਉਹ ਪ੍ਰਾਈਮ ਮਿਨਿਸਟਰ ਸੀ, ਉਹ ਬੀਜੇਪੀ ਦਾ ਨੁਮਾਇੰਦਾ ਨਹੀਂ ਸੀ, ਉਹ ਸਾਡਾ ਪ੍ਰਾਈਮ ਮਿਨਿਸਟਰ ਸੀ। ਅੱਜ ਉਹ ਪੈਕੇਜ ਜੇ ਉਹ ਲੈ ਕੇ ਆਇਆ ਸੀ, ਤੇ ਉਹ ਪੈਕੇਜ ਭਾਜੀ ਉਹ ਜਿੱਦਾਂ ਮਨ ਕੀ ਬਾਤ 'ਚ ਹਮੇਸ਼ਾ ਟੀਵੀ ਤੇ ਬੈਠ ਕੇ ਕਰਦਾ ਹੈ, ਤੇ ਉਹਨੂੰ ਉਹ ਪੈਕੇਜ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੂੰ ਪੰਜਾਬੀਆਂ ਨੂੰ ਦੇ ਕੇ ਜਾਣਾ ਚਾਹੀਦਾ ਸੀ, ਤਾਂ ਕਿ ਉਹਨਾਂ ਦੇ ਜਿਹੜੇ ਜ਼ਖਮ ਨੇ, ਭਾਜੀ ਐਮਐਸਪੀ ਤੁਸੀਂ ਨਹੀਂ ਦੇ ਰਹੇ, ਡੀਏਪੀ ਸਾਡੇ ਕੋਲ ਨਹੀਂ ਆਇਆ, ਤੁਸੀਂ ਮੇਰੀ ਗੱਲ ਸੁਣੋ, ਕੀ ਇੱਕ ਹਵਾ ਦੇ ਵਿੱਚ ਹੈ ਵੀ ਇੱਕ ਕਾਨੂੰਨ ਲਾਤਾ, ਉਹ ਜੇ ਅਸੀਂ ਵਾਪਸ ਲੈ ਲਿਆ, ਕੀ ਮੇਰਾ ਬੈਨੀਫਿਟ ਕੀ ਹੋਇਆ? ਇੱਕ ਕਿਸਾਨ ਜਿਹੜਾ ਆਪ ਹਜ਼ਾਰਾਂ ਰੁਪਏ ਲਾ ਕੇ, ਭਾਜੀ ਉੱਥੇ ਕਿੰਨਾ ਨੁਕਸਾਨ ਹੋਇਆ ਸਾਡਾ, ਉੱਥੇ ਡੈਮੇਜ ਫਾਈਨੈਂਸ਼ੀਅਲੀ ਅਸੀਂ ਵੀਕ ਹੋਏ ਹਾਂ ਇਸ ਚੀਜ਼ ਨਾਲ। ਸੋ ਇਹ ਚੀਜ਼ ਨੂੰ ਮੈਂ ਨਹੀਂ ਕਹਿੰਦਾ ਵੀ ਉੱਥੇ ਕਿਸੇ ਨੇ ਜੀ ਕਰੋੜਾਂ ਇਕੱਠੇ ਕਰ ਲਏ, ਭਾਜੀ ਸਭ ਸਟਾਪ ਇਟ, ਨੌਨਸੈਂਸ ਗੱਲਾਂ ਨੇ, ਸਾਡਾ ਨੁਕਸਾਨ ਹੋਇਆ ਪੰਜਾਬੀਆਂ ਦਾ। ਸੋ ਇਹਦੀ ਜਿਹੜੀ ਭਰਪਾਈ ਹੈ ਉਹ ਜਿਹੜੀ ਹੈ ਉਹ ਹੁਣ ਇੱਕੋ ਗੱਲ ਹੋਏਗੀ ਵੀ ਆਹ ਚੱਕਰਾਂ 'ਚ ਨਾ ਪਿਓ ਵੀ ਉਹਨੇ ਆਹ ਦੇ ਦੇਣਾ ਜੀ, ਉਹਨੇ 10,000 ਘਰੇ ਬੈਠੇ ਨੂੰ ਉਹਨੇ 20 ਦੇ ਦੇਣਾ ਜੀ, ਉਹਨੇ 25 ਦੇ ਦੇਣਾ, ਉਹ ਕਹਿੰਦਾ ਤੂੰ ਆਹ ਦੇਣਾ ਮੈਂ ਆਹ ਦੇਣਾ। ਸੋ ਮੈਂ ਤੇ ਅਸੀਂ ਦੇਖੋ ਬੀਇੰਗ ਅ ਲੀਗਲ ਫਰੈਟਰਨਿਟੀ ਅਸੀਂ ਦਰਵਾਜ਼ਾ ਖੜਕਾਉਣਾ ਹੈ, ਇਹ ਤਾਂ ਬੋਲੀ ਲੱਗਣ ਵਾਲੀਆਂ ਗੱਲਾਂ ਹੋ ਗਈਆਂ। ਸੋ ਅਸੀਂ ਇਸ ਚੀਜ਼ ਬਾਰੇ ਜ਼ਰੂਰ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰੂੰਗਾ ਕਿ ਇਹ ਦਰਵਾਜ਼ਾ ਅਸੀਂ ਪਹਿਲਾਂ ਤਾਂ ਚੁੱਪ ਰਹੇ ਹਾਂ, ਪਰ ਹੁਣ ਅਸੀਂ ਇਹ ਖੜਕਾਵਾਂਗੇ। ਜੋ ਕਿਸੇ ਤੇ ਕਾਨੂੰਨੀ ਕਾਰਵਾਈ, ਦੇਖੋ ਜੇ ਆਪਾਂ ਇੱਕ ਦੂਜੇ ਨੂੰ ਧੋਖਾ ਦਿੰਦੇ ਆ ਨਾ, ਤਾਂ ਪੁਲਿਸ ਫੱਟ 406 ਦਾ ਪਰਚਾ ਦਿੰਦੀ ਹੈ, ਬ੍ਰੀਚ ਆਫ ਟਰਸਟ। ਸੋ ਇਹਨਾਂ ਤੇ ਕਿਉਂ ਨਹੀਂ, ਜਨਰਲ ਪਬਲਿਕ ਨਾਲ ਅਸੀਂ ਧੋਖਾ ਨਹੀਂ ਹੋਣ ਦੇਣਾ, ਦਰਵਾਜ਼ਾ ਖੜਕਾਵਾਂਗੇ। ਇੱਕ ਚੀਜ਼ ਐਂਡ ਤੇ ਜਾਂਦਾ ਵੀ ਜਿੰਨੇ ਲੀਡਰ ਨੇ ਉਹ ਭਾਵੇਂ ਰਿਪਰੈਜ਼ੈਂਟ ਕਰਦੇ ਨੇ ਕਾਂਗਰਸ ਨੂੰ, ਭਾਵੇਂ ਅਕਾਲੀ ਦਲ, ਭਾਵੇਂ ਆਪ, ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਐਟਲੀਸਟ ਜਿੰਨੀਆਂ ਵੀ ਪਾਰਟੀਆਂ ਹੋਰ ਜਿਹੜੀਆਂ ਕੰਟੈਸਟ ਕਰ ਰਹੀਆਂ ਨੇ, ਕਿ ਜਿਹੜੀ ਸਟੇਟਮੈਂਟ ਤੁਸੀਂ ਦੇਣੀ ਹੈ ਇਲੈਕਟ੍ਰੋਨਿਕ ਮੀਡੀਆ, ਹੁਣ ਸੈਕਸ਼ਨ 65B ਅਥੈਂਟਿਸਿਟੀ ਉਸ ਵੀਡੀਓ ਦੀ ਉਹ ਸਾਹਮਣੇ ਨਿਕਲਦੀ ਹੈ। ਸੋ ਮੈਂ ਇੱਕ ਆਪਣੇ ਵੱਲੋਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਬੜੇ ਰਿਸਪੌਂਸੀਬਲ ਅਹੁਦਿਆਂ ਤੇ ਰਹੇ ਹੋ ਤੇ ਬੜੇ ਰਿਸਪੌਂਸੀਬਲ ਤੁਹਾਨੂੰ ਸਮਝਦੇ ਆ ਵੀ ਜਿਹੜੀ ਵੀ ਜ਼ਿੰਮੇਵਾਰੀ ਤੁਸੀਂ ਸਟੇਟਮੈਂਟ ਦੇਣੀ ਉਹ ਰਿਸਪੌਂਸੀਬਲ ਸਟੇਟਮੈਂਟ ਹੋਵੇ। ਸੋ ਇੰਨਾ ਸ਼ਬਦਾਂ ਦੇ ਨਾਲ ਤਾਂ ਕੁੱਲ ਮਿਲਾ ਕੇ ਘੁੰਮਣ ਬ੍ਰਦਰਸ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜਿਹੜੇ ਹਾਲਾਤ ਬਣੇ ਨੇ ਉਹਨਾਂ ਦੇ ਵਿੱਚੋਂ ਹੀ ਇਹ ਸਾਰੀਆਂ ਚੀਜ਼ਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੋਗਣੀਆਂ ਪਈਆਂ ਨੇ, ਤੇ ਨਾਲ ਦੀ ਨਾਲ ਇਹ ਵੀ ਕਹਿੰਦੇ ਨੇ ਕਿ ਹੁਣ ਤੁਹਾਡੇ ਤੋਂ ਪੰਜਾਬੀਆਂ ਤੋਂ ਵੀ ਮੌਕਾ ਹੈਗਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਤੁਸੀਂ ਆਪਣੇ ਆਗੂਆਂ ਦੀ ਚੋਣ ਕਿਵੇਂ ਕਰਨੀ। ਸਭ ਤੋਂ ਜ਼ਿੰਮੇਵਾਰੀ ਵਾਲਾ ਕੰਮ ਹੈ, ਚੋਣ ਸਹੀ ਬੰਦਿਆਂ ਦੀ ਕਰ ਲੂਗੇ ਤਾਂ ਪੰਜਾਬ ਦਾ ਭਵਿੱਖ ਜਿਹੜਾ ਉਜਵਲ ਹੋ ਜਾਊਗਾ। ਜੇ ਚੋਣ ਗਲਤ ਬੰਦਿਆਂ ਦੀ ਕਰ ਲੂਗੇ, ਜੇ ਆਪਣੇ ਬੋਲੀ ਦੇ ਵਿੱਚ ਤੁਸੀਂ ਆਪਣੇ ਰੇਟ ਤੈਅ ਕਰਵਾ ਲੇ ਕਿ 1000 ਰੁਪਏ ਤੇ ਮੰਨ ਜਾਣਾ, 2000 ਤੇ ਮੰਨ ਜਾਣਾ, 10000 ਤੇ ਮੰਨ ਜਾਣਾ, 20000 ਤੇ ਮੰਨ ਜਾਣਾ, ਤੇ ਫਿਰ ਤੁਹਾਨੂੰ ਆਗੂ ਵੀ ਉਦਾਂ ਦੇ ਮਿਲਣੇ ਤੇ ਪੰਜਾਬ ਦਾ ਭਲਾ ਨਹੀਂ ਹੋਣਾ। ਗੱਲ ਉਹਨਾਂ ਦੀ ਹੈ, ਉਹਨਾਂ ਦੀ ਕਰਨੀ ਚਾਹੀਦੀ ਹੈ ਜਿਹੜੇ ਤੁਹਾਡੇ ਨਾਲ ਵਿਜ਼ਨ ਲੈ ਕੇ ਆਉਣ, ਨਾ ਕਿ ਸਿਰਫ ਤੇ ਸਿਰਫ ਪੈਸਿਆਂ ਦੀ ਗੱਲ ਕਰਨ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰੋ। ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ ਸਹਿਯੋਗੀ ਸਮੀਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਚੰਡੀਗੜ੍ਹ।